Dear students, today we are discussing about our first topic, that is the international public law. So I start from Bentham. The term international public law or international law was coined by the Bentham in 1789. There is another term, that is law of nation. These both terms are used interchangeably by the philosophers in political science, so both have the same meaning. In classical jurist, according to classical jurist, they says international law regulates the relation of states with one another. ਭਾਵ ਜਿਹੜੇ ਕਲਾਸੀਕਲ ਜਾਂ ਪ੍ਰਾਚੀਨ ਜੂਰਿਸਟ ਨੇ ਉਹ ਇੰਟਰਨੈਸ਼ਨਲ ਲਾ ਨੂੰ ਇਸ ਤਰੀਕੇ ਨਾਲ ਦੇਖਦੇ ਨੇ ਕਿ ਇਸ ਦੇ ਦੁਆਰਾ ਸਟੇਟਾਂ ਦੇ ਵਿਚਕਾਰ ਇੱਕ ਦੂਜੇ ਦੇ ਨਾਲ ਜਿਹੜੇ ਸਬੰਧ ਨੇ ਉਹਨਾਂ ਨੂੰ ਜਿਹੜਾ ਰੈਗੂਲੇਟ ਕੀਤਾ ਜਾਂਦਾ, ਉਹਨਾਂ ਨੂੰ ਨਿਯਮਬੱਧ ਜਿਹੜਾ ਕੀਤਾ ਜਾਂਦਾ। ਸੋ come to our point, that is the definition of international public law. Oppenheim ਜਿਹੜਾ ਉਹ ਆਪਣੀ ਡੈਫੀਨੇਸ਼ਨ 'ਚ ਕਹਿੰਦਾ international law is the body of customary law and treaty rules which considered legally binding by the state in their intercourse with each other. ਭਾਵ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਜਿਹੜੇ ਅੰਤਰਰਾਸ਼ਟਰੀ ਕਾਨੂੰਨ ਨੇ ਉਹ ਅਸਲ ਵਿੱਚ ਪੁਰਾਣੇ ਕਸਟਮਰੀ ਨੇ ਜਾਂ ਕਸਟਮਸ ਤੋਂ ਬਣਦੇ ਨੇ ਜਾਂ ਆਪਸੀ ਸੰਧੀਆਂ ਤੋਂ ਬਣਦੇ ਨੇ ਅਤੇ ਉਹ ਦੇਸ਼ ਆਪਸ ਵਿੱਚ ਇੱਕ ਦੂਜੇ ਦੇ ਨਾਲ ਜਦੋਂ ਰਿਲੇਸ਼ਨ ਬਣਾਉਂਦੇ ਨੇ, ਇੰਟਰਕੋਰਸ ਕਰਦੇ ਨੇ, ਤਾਂ ਉਹਨਾਂ ਨੂੰ ਜਿਹੜਾ ਉਹ ਫਾਲੋ ਕਰਦੇ ਨੇ, ਭਾਵ ਉਹਨਾਂ ਦੇ ਉੱਤੇ ਬਾਈਂਡਿੰਗਸ ਹੁੰਦੇ ਨੇ ਅਤੇ ਉਹਨਾਂ ਨੂੰ ਫਾਲੋ ਕਰਦੇ ਨੇ। ਜੇਕਰ ਆਪਾਂ ਇਸ ਡੈਫੀਨੇਸ਼ਨ ਨੂੰ ਦੇਖੀਏ ਧਿਆਨ ਨਾਲ ਤਾਂ ਇਹਦੇ 'ਚ ਤਿੰਨ ਚੀਜ਼ਾਂ ਆਉਂਦੀਆਂ ਨੇ। ਦੇਰ ਆਰ 3 ਇੰਪੋਰਟੈਂਟ ਐਲੀਮੈਂਟਸ ਇਨ ਦਿਸ ਡੈਫੀਨੇਸ਼ਨ। ਦਾ ਫਸਟ ਇਜ਼ ਦਾ international law consists of a body of rules governing the relation between state। ਤੋ ਇਹਦਾ ਭਾਵ ਹੈ ਕਿ ਇੰਟਰਨੈਸ਼ਨਲ ਲਾ ਦੇ ਵਿੱਚ ਕੁਝ ਇਹੋ ਜਿਹੇ ਰੂਲਸ ਆਉਂਦੇ ਨੇ ਜਿਹੜੇ ਨਿਯਮ ਨੇ ਉਹ ਦੇਸ਼ਾਂ ਦੇ ਰਿਲੇਸ਼ਨ ਨੂੰ ਆਪਸ ਵਿੱਚ ਜਿਹੜਾ ਉਹ ਬਣਾਉਂਦੇ ਨੇ ਅਤੇ ਉਹਨਾਂ ਦੇ ਮੁਤਾਬਕ ਜਿਹੜੇ ਆ ਉਹ ਚੱਲਦੇ ਨੇ। ਰਿਲੇਸ਼ਨ ਤੋਂ ਭਾਵ ਆ ਇਟ ਦਾ ਆਫੀਸ਼ੀਅਲ ਇੰਟਰਕੋਰਸ, ਜਿਹੜਾ ਦੇਸ਼ਾਂ ਦੇ ਵਿੱਚ ਰਿਲੇਸ਼ਨ ਬਣਦੇ ਆ ਉਹ ਇਸ ਤਰੀਕੇ ਦੇ ਨਾਲ ਕਿ ਉਹ ਆਫਿਸਰ ਜਾਂ ਆਫੀਸ਼ੀਅਲ ਰਿਲੇਸ਼ਨ ਨੇ, ਉਹਨਾਂ ਨੂੰ ਆਪਾਂ ਕੰਸੀਡਰ ਜਿਹੜੇ ਆ ਉਹ ਕਰਦੇ ਨੇ, ਜਾਂ ਉਹ ਡਿਪਲੋਮੈਟਸ ਹੁੰਦੇ ਨੇ, ਜਾਂ ਫੋਰਨ ਆਫਿਸਿਸ ਹੁੰਦੇ ਨੇ, ਜਾਂ ਉਹਦੇ ਨਾਲ ਨਾਲ ਡਿਪਾਰਟਮੈਂਟ ਆਫ ਐਕਸਟਰਨਲ ਅਫੇਅਰ ਜਿਹੜਾ ਉਹ ਇਸ ਰਿਲੇਸ਼ਨ ਨੂੰ ਬਣਾਉਣ ਦੇ ਵਿੱਚ ਮਦਦ ਕਰਦਾ। ਦੀਜ਼ ਰੂਲਸ ਆਫ ਇੰਟਰਨੈਸ਼ਨਲ ਲਾ ਕਵਰਸ ਆਲ ਟਾਈਪਸ ਆਫ ਰਿਲੇਸ਼ਨ। ਇਹਦੇ ਵਿੱਚ ਬਹੁਤ ਜਿਹੜਾ ਵਿਸਥਾਰਪੂਰਵਕ ਆਪਾਂ ਦੇਖਦੇ ਹਾਂ ਕਿ ਉਹ ਰਿਲੇਸ਼ਨ ਜਿਹੜੇ ਆ ਉਹ ਆਉਂਦੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਸਮੁੰਦਰ ਦੇ ਨਾਲ ਸਮੁੰਦਰ ਸੀ ਦੇ ਨਾਲ ਸੰਬੰਧਿਤ ਰਿਲੇਸ਼ਨਸ ਨੇ, ਆਊਟਰ ਸਪੇਸ ਦੇ ਨਾਲ ਸੰਬੰਧਿਤ ਰਿਲੇਸ਼ਨ ਨੇ, ਅੰਟਾਰਕਟਿਕਾ ਦੇ ਨਾਲ ਸੰਬੰਧਿਤ ਰਿਲੇਸ਼ਨ ਨੇ, ਕਮਿਊਨੀਕੇਸ਼ਨ ਦੇ ਨਾਲ, ਪੋਸਟ ਦੇ ਨਾਲ, ਇਹਦੇ ਤੋਂ ਇਲਾਵਾ ਕੈਰੀਜ਼ ਆਫ ਗੁੱਡਸ ਦੇ ਨਾਲ, ਪੈਸੰਜਰ ਬਾਈ ਏਅਰ, ਇਹਦੇ ਨਾਲ ਨਾਲ ਟਰੇਡ, ਇਹਦੇ ਨਾਲ ਨਾਲ ਨੈਸ਼ਨੈਲਿਟੀ, ਫਿਰ ਏਲੀਅਨਸ, ਫਿਰ ਐਕਸਟ੍ਰੀਡਿਸ਼ਨਸ, ਹਿਊਮਨ ਰਾਈਟਸ, ਇਨਵਾਇਰਮੈਂਟ ਅਤੇ ਅੱਜ ਕੱਲ੍ਹ ਸਾਈਬਰ ਕ੍ਰਾਈਮ ਅਤੇ ਸਾਈਬਰ ਲਾ ਵੀ ਜਿਹੜਾ ਇਸ ਦੇ ਨਾਲ ਜਿਹੜੇ ਆਉਂਦੇ ਆ। ਇਸ ਤੋਂ ਇਲਾਵਾ ਸਿਕਿਉਰਿਟੀ ਆਫ ਨੇਸ਼ਨਸ ਆਲਸੋ ਇੰਪੋਰਟੈਂਟ ਇਨ ਦਾ ਰਿਲੇਸ਼ਨ ਬਿਟਵੀਨ ਦਾ ਸਟੇਟਸ। ਸੋ ਦੂਸਰੀ ਗੱਲ ਇਸ ਡੈਫੀਨੇਸ਼ਨ ਦੇ ਵਿੱਚ ਆਉਂਦੀ ਹੈ, ਸਟੇਟ ਰਿਗਾਰਡਿੰਗ ਦੀਜ਼ ਰੂਲਸ ਬੀਇੰਗ ਬਾਈਂਡਿੰਗ ਔਨ ਦੈਮ in their relation with another. States follow these rules because they feel legally obligated to do so, not merely morally obligated. ਸੋ ਇਸ ਤੋਂ ਭਾਵ ਆ ਕਿ ਜਿਹੜੇ ਸਟੇਟ ਆ ਉਹ ਇਹਨਾਂ ਨਿਯਮਾਂ ਨੂੰ ਆਪਣੇ ਉੱਤੇ ਬਾਈਂਡਿੰਗ ਸਮਝਦੇ ਨੇ, ਭਾਵ ਉਹਨਾਂ ਨੇ ਇਹਨਾਂ ਨੂੰ ਫੋਲੋ ਕਰਨਾ ਹੀ ਕਰਨਾ ਹੈ। ਇਹਦੇ ਨਾਲ ਨਾਲ ਉਹ ਰੂਲਸ ਇਸ ਲਈ ਨਹੀਂ ਫੋਲੋ ਕਰਦੇ ਕਿ ਸਿਰਫ ਇਹ ਲੀਗਲੀ ਓਬਲੀਗੇਸ਼ਨ ਹੈ, ਨਾਲ ਦੀ ਨਾਲ ਮੋਰਲੀ ਓਬਲੀਗੇਸ਼ਨ ਵੀ ਹੋਣ ਉਹਨਾਂ ਦੇ ਉੱਤੇ ਹੋਣ ਕਰਕੇ ਉਹ ਇਹਨਾਂ ਰੂਲਸ ਨੂੰ ਜਿਹੜਾ ਫੋਲੋ ਕਰਦੇ। ਉਦਾਹਰਨ ਦੇ ਲਈ ਫਾਰ ਐਗਜ਼ਾਮਪਲ ਇਨ 1990 ਇਰਾਕ ਇਨਵੇਡਡ ਕੁਵੈਤ, then USA attacked Iraq on 2003 and
ਤੰਜ਼ਾਨੀਆ ਇਨਵੇਡਡ ਯੁਗਾਂਡਾ ਇਨ 1978 ਐਂਡ 79। ਜਦੋਂ ਇਹ ਤਿੰਨੇ ਘਟਨਾਵਾਂ ਵਾਪਰੀਆਂ ਤੇ ਸਾਰੇ ਹੀ ਦੇਸ਼ਾਂ ਨੇ, ਲਗਭਗ ਜ਼ਿਆਦਾ ਦੇਸ਼ਾਂ ਨੇ ਜਿਹੜੇ UNO ਦੇ ਮੈਂਬਰਸ ਨੇ, ਉਹਨਾਂ ਨੇ ਇਸ ਐਕਸ਼ਨ ਨੂੰ ਅਨਲਾਫੁਲ ਦੱਸਿਆ ਕਿ ਜਿਹੜੇ ਅੰਤਰਰਾਸ਼ਟਰੀ ਨਿਯਮ ਨੇ ਉਹਨਾਂ ਦੇ ਵਿਰੋਧ ਵਿੱਚ ਦੱਸਿਆ ਤੇ ਨਾਲ ਦੀ ਨਾਲ ਕਿਹਾ ਕਿ ਇਹ ਇਮੋਰਲ ਨੇ, ਅਜਿਹਾ ਜਿਹੜਾ ਨਹੀਂ ਹੋਣਾ ਚਾਹੀਦਾ। ਸੋ ਤੀਸਰਾ ਇਸ ਡੈਫੀਨੇਸ਼ਨ ਦੇ ਵਿੱਚ ਇੰਪੋਰਟੈਂਟ ਗੱਲ ਆਉਂਦੀ ਆ, ਇੰਟਰਨੈਸ਼ਨਲ ਲਾ ਆਰ ਰੂਲਸ ਡਰਾਈਵਡ ਫਰਾਮ ਕਸਟਮ ਐਂਡ ਟ੍ਰੀਟੀਜ਼। ਤੇ ਜਿਹੜੇ ਅੰਤਰਰਾਸ਼ਟਰੀ ਰੂਲਸ ਨੇ ਉਹ ਕਸਟਮਸ ਤੋਂ ਤੇ ਟ੍ਰੀਟੀਜ਼ ਤੋਂ ਡਰਾ ਕੀਤੇ ਜਾਂਦੇ ਨੇ, ਭਾਵ ਇਹਨਾਂ ਦਾ ਉਹਦਾ ਆਧਾਰ ਹੁੰਦੇ ਨੇ ਜਿਹੜੇ ਪੁਰਾਣੇ ਕਸਟਮ ਦੇਸ਼ ਆਪਸ 'ਚ ਫੋਲੋ ਕਰਦੇ ਨੇ ਉਹਨਾਂ ਦੇ ਵਿੱਚ, ਜਾਂ ਨਵੀਆਂ ਸੰਧੀਆਂ ਜਿਹੜੀਆਂ ਕੀਤੀਆਂ ਜਾਂਦੀਆਂ ਜਾਂ ਪੁਰਾਣੀਆਂ ਸੰਧੀਆਂ ਵੀ ਜਿਹੜੀਆਂ ਨੇ ਉਹਨਾਂ ਦੇ ਆਧਾਰ 'ਤੇ ਬੇਸਡ ਇੰਟਰਨੈਸ਼ਨਲ ਲਾ ਜਿਹੜਾ ਉਹ ਹੁੰਦਾ। ਲੇਕਿਨ ਇਸ ਡੈਫੀਨੇਸ਼ਨ ਨੂੰ ਪੂਰਾ ਜਿਹੜਾ ਉਹ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕਾਫੀ ਚੇਂਜਿਸ ਜਿਹੜੀਆਂ ਉਹ ਆ ਗਈਆਂ ਨੇ, ਇਸ ਕਰਕੇ ਇਸ ਡੈਫੀਨੇਸ਼ਨ ਨੂੰ ਜਿਹੜਾ ਕ੍ਰਿਟੀਸਾਈਜ਼ ਵੀ ਜਿਹੜਾ ਉਹ ਕੀਤਾ ਸਕਦਾ। ਦਿਸ ਡੈਫੀਨੇਸ਼ਨ ਟੇਕਸ ਰਿਲੇਸ਼ਨ ਬਿਟਵੀਨ ਸਟੇਟ ਐਂਡ ਅਦਰ ਬਟ ਮੈਨੀ ਅਦਰ ਆਰਗੇਨਾਈਜੇਸ਼ਨ ਇੰਡੀਵਿਜੂਅਲ ਇੰਸਟੀਟਿਊਸ਼ਨਸ ਆਰ ਆਲਸੋ ਰਿਗਾਰਡਡ ਐਜ਼ ਏ ਸਬਜੈਕਟ ਟੂ ਇੰਟਰਨੈਸ਼ਨਲ ਲਾ। ਇਸ ਕਰਕੇ ਇਹਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕੁਝ ਇੰਡੀਵਿਜੂਅਲ ਜਾਂ ਇੰਸਟੀਟਿਊਸ਼ਨਸ ਜਾਂ ਉਹਦੇ ਨਾਲ ਸਾਡੇ ਕੋਲ ਆਰਗੇਨਾਈਜੇਸ਼ਨਸ ਨੇ ਉਹ ਵੀ ਇੰਪੋਰਟੈਂਟ ਹੋ ਗਈਆਂ ਨੇ ਤੇ ਉਹਨਾਂ ਵੀ ਇੰਟਰਨੈਸ਼ਨਲ ਲਾ ਦੇ ਅਧੀਨ ਜਿਹੜੀਆਂ ਆਉਂਦੇ ਨੇ। ਉਹਨਾਂ ਕੋਲ ਵੀ ਕੁਝ ਰਾਈਟਸ ਐਂਡ ਉਹਨਾਂ ਦੀਆਂ ਕੁਝ ਡਿਊਟੀਜ਼ ਵੀ ਨੇ, ਜਿਸ ਕਰਕੇ ਉਹਨਾਂ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਜਿਹੜਾ ਫਾਲੋ ਕਰਨਾ ਪੈਂਦਾ। ਦੂਸਰਾ ਕ੍ਰਿਟਿਸਿਜ਼ਮ ਇਸ ਲਈ ਕੀਤਾ ਗਿਆ ਕਿ ਇੰਟਰਨੈਸ਼ਨਲ ਲਾ ਆਲਸੋ ਪ੍ਰੋਵਾਈਡ ਰਾਈਟਸ ਐਂਡ ਡਿਊਟੀਜ਼ ਆਫ ਇੰਡੀਵਿਜੂਅਲ। ਜਿਹੜਾ ਅੰਤਰਰਾਸ਼ਟਰੀ ਲਾ ਆ ਉਹ ਇੰਡੀਵਿਜੂਅਲਸ ਨੂੰ ਵੀ ਕੁਝ ਡਿਊਟੀਜ਼ ਅਤੇ ਕੁਝ ਰਾਈਟਸ ਜਿਹੜਾ ਦਿੰਦਾ, ਜਿਹੜਾ ਹਾਈਮਨ ਦੀ ਓਪਨਹਾਈਮਰ ਦੀ ਡੈਫੀਨੇਸ਼ਨ ਦੇ ਵਿੱਚ ਇਨਕਲੂਡ ਜਿਹੜਾ ਨਹੀਂ ਕੀਤਾ ਗਿਆ, ਭਾਵ ਉਹਨੂੰ ਐਕਸਕਲੂਡ ਜਿਹੜਾ ਉਹ ਰੱਖਿਆ ਗਿਆ। ਇੰਟਰਨੈਸ਼ਨਲ ਕਾਰਪੋਰੇਸ਼ਨਸ ਡਜ਼ ਨਾਟ ਇਨਕਲੂਡ ਇਨ ਦਿਸ ਡੈਫੀਨੇਸ਼ਨ। ਅੱਜ ਕੱਲ੍ਹ ਮਲਟੀਨੈਸ਼ਨਲ ਕੰਪਨੀਜ਼ ਜਿਹੜੀਆਂ ਉਹ ਬੜੀਆਂ ਇੰਪੋਰਟੈਂਟ ਹੋ ਗਈਆਂ ਨੇ, ਇਹਨਾਂ ਨੂੰ ਮਲਟੀਨੈਸ਼ਨਲ ਕਾਰਪੋਰੇਸ਼ਨ ਵੀ ਕਹਿੰਦੇ ਆ, ਟਰਾਂਸਨੈਸ਼ਨਲ ਕਾਰਪੋਰੇਸ਼ਨ ਵੀ ਕਹਿੰਦੇ ਆ। ਤੋ ਇਹ ਵੀ ਇੰਟਰਨੈਸ਼ਨਲ ਲਾ ਜਿਹੜਾ ਉਹਦੇ ਅਧੀਨ ਆਉਂਦੀਆਂ ਨੇ, ਲੇਕਿਨ ਓਪਨਹਾਈਮਰ ਦੇ ਜਿਹੜਾ ਡੈਫੀਨੇਸ਼ਨ ਆ ਉਹ ਵੀ ਇਸ ਨੂੰ ਜਿਹੜਾ ਉਹ ਆਪਣੇ ਅਧੀਨ ਜਿਹੜਾ ਨਹੀਂ ਰੱਖਦਾ। ਇਸੇ ਤਰੀਕੇ ਦੇ ਨਾਲ ਜਿਹੜਾ ਓਪਨਹਾਈਮਰ ਇਹ ਕਹਿੰਦਾ ਕਿ ਜਿਹੜਾ ਅੰਤਰਰਾਸ਼ਟਰੀ ਲਾ ਆ ਉਹ ਕਸਟਮਸ ਅਤੇ ਟ੍ਰੀਟੀਜ਼ ਤੋਂ ਹੀ ਸਿਰਫ ਬਣਦਾ, ਪਰ ਅੱਜ ਅਸੀਂ ਦੇਖਦੇ ਹਾਂ ਕਿ ਜਿਹੜੇ ਜਨਰਲ ਪ੍ਰਿੰਸੀਪਲਸ ਨੇ ਆਫ ਲਾ ਰੈਕੋਗਨਾਈਜ਼ ਬਾਈ ਦਾ ਸਟੇਟ ਉਹ ਵੀ ਅੰਤਰਰਾਸ਼ਟਰੀ ਲਾ ਜਿਹੜਾ ਉਸ ਦਾ ਪਾਰਟ ਜਿਹੜਾ ਬਣ ਜਾਂਦੇ ਨੇ, ਭਾਵ ਉਹ ਅੱਗੇ ਜਾ ਕੇ ਜਿਹੜੇ ਇੰਟਰਨੈਸ਼ਨਲ ਪਬਲਿਕ ਲਾ ਦਾ ਰੂਪ ਜਿਹੜਾ ਲੈ ਲੈਂਦੇ ਨੇ। ਤੋ ਇਸ ਕਰਕੇ ਵੀ ਇਸ ਨੂੰ ਜਿਹੜਾ ਕ੍ਰਿਟੀਸਾਈਜ਼ ਕੀਤਾ ਜਾਂਦਾ। Next criticism, according to the definition of international law are static, but international law is a dynamic and living law which are changed according to with the passage of time and experience। ਓਪਨਹਾਈਮਰ ਇਹ ਕਹਿੰਦਾ ਕਿ ਜਿਹੜਾ ਇੰਟਰਨੈਸ਼ਨਲ ਲਾ ਉਹ ਸਟੈਟਿਕ ਆ, ਭਾਵ ਉਹ ਜਦੋਂ ਬਣਾ ਲਿਆ ਜਾਂਦਾ ਤੇ ਉਹ ਪੱਕਾ ਹੋ ਜਾਂਦਾ, ਉਹਦੇ ਚੇਂਜ ਨਹੀਂ ਕੀਤੀ ਜਾ ਸਕਦੀ। ਪਰ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਹ ਇੰਟਰਨੈਸ਼ਨਲ ਲਾ ਜਿਹੜਾ ਉਹ ਡਾਇਨਾਮਿਕ ਆ, ਉਹ ਸਮੇਂ-ਸਮੇਂ 'ਤੇ ਚੇਂਜ ਹੁੰਦਾ ਰਹਿੰਦਾ ਤੇ ਐਕਸਪੀਰੀਅੰਸ ਦੇ ਨਾਲ ਜਿਹੜੀਆਂ ਸਮੱਸਿਆਵਾਂ ਪੁਰਾਣੀਆਂ ਨੇ ਉਹਨਾਂ ਨੂੰ ਖਤਮ ਕਰਕੇ ਨਵਾਂ ਲਾ ਜਿਹੜਾ ਉਹ ਬਣਾਇਆ ਜਾ ਸਕਦਾ। ਤੋ ਇਸ ਤਰੀਕੇ ਨਾਲ ਇਸ ਦਾ ਕ੍ਰਿਟਿਸਿਜ਼ਮ ਜਿਹੜਾ ਕੀਤਾ ਜਾਂਦਾ। ਬਾਅਦ ਵਿੱਚ ਓਪਨਹਾਈਮਰ ਨੇ ਆਪਣੀ ਡੈਫੀਨੇਸ਼ਨ ਦੇ ਵਿੱਚ ਕੁਝ ਚੇਂਜ ਜਿਹੜੀ ਆ ਲਿਆਂਦੀ ਤੇ ਕੁਝ ਨਵੇਂ ਕਨਸੈਪਟ ਵੀ ਜੋੜੇ। ਇਸੇ ਡੈਫੀਨੇਸ਼ਨ ਨੂੰ ਅੱਗੇ ਸਟਾਰਕ ਜਿਹੜਾ ਉਹ ਆਪਣੀ ਡੈਫੀਨੇਸ਼ਨ ਦਿੰਦਾ। ਉਹ ਕਹਿੰਦਾ ਅਕੋਰਡਿੰਗ ਟੂ ਸਟਾਰਕ international law is a body of law which composed for our greater part of the principles and rules of conduct which state feel their self bound to observe it includes। ਤੋ ਜਿਹੜਾ ਸਟਾਰਕ ਆ ਉਹ ਇਹ ਕਹਿੰਦਾ ਕਿ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਲਾ ਆ ਉਹ ਕੰਪੋਜ਼ ਹੁੰਦਾ ਗ੍ਰੇਟਰ ਪਾਰਟ ਆਫ ਪ੍ਰਿੰਸੀਪਲਸ ਐਂਡ ਰੂਲਸ ਆਫ ਕੰਡਕਟ। ਜਿਹੜੇ ਦੇਸ਼ਾਂ ਦੇ ਵਿੱਚ ਰੂਲਸ ਦੇ ਦੁਆਰਾ ਉਹਨਾਂ ਦਾ ਬਿਹੇਵੀਅਰ ਕੰਡਕਟ ਕੀਤਾ ਜਾਂਦਾ, ਉਸ ਦੇ ਆਧਾਰ 'ਤੇ ਜਿਹੜਾ ਬਣਦਾ ਤੇ ਦੇਸ਼ ਉਹਨੂੰ ਆਪਸ ਦੇ ਵਿੱਚ ਬੌਂਡ ਸਮਝਦੇ ਨੇ, ਉਹਨੂੰ ਫਾਲੋ ਜਿਹੜਾ ਉਹ ਕਰਨਾ। ਤੋ ਇਸ ਤਰੀਕੇ ਦੇ ਨਾਲ ਉਹ ਆਪਣੀ ਡੈਫੀਨੇਸ਼ਨ ਦਿੱਤਾ, ਜਿਹਦੇ ਵਿੱਚ ਉਹ ਇਨਕਲੂਡ ਕਰਦਾ ਦਾ ਰੂਲਸ ਆਫ ਲਾ ਰਿਲੇਟਿੰਗ ਟੂ ਫੰਕਸ਼ਨ ਆਫ ਇੰਟਰਨੈਸ਼ਨਲ ਇੰਸਟੀਟਿਊਸ਼ਨ ਐਂਡ ਆਰਗੇਨਾਈਜੇਸ਼ਨ। ਤੋ ਇਹਦੇ ਵਿੱਚ ਜਿੱਥੇ ਸਟੇਟ ਆਉਂਦੇ ਆ ਉੱਥੇ
ਇੰਟਰਨੈਸ਼ਨਲ ਇੰਸਟੀਟਿਊਸ਼ਨ ਤੇ ਆਰਗੇਨਾਈਜੇਸ਼ਨ ਵੀ ਜਿਹੜੀਆਂ ਉਹ ਆਉਂਦੀਆਂ ਨੇ। ਇਹਦੇ ਨਾਲ ਸਰਟਨ ਰੂਲਸ ਆਫ ਲਾ ਰਿਲੇਟਿੰਗ ਟੂ ਦਾ ਇੰਡੀਵਿਜੂਅਲਸ, ਨੌਨ ਸਟੇਟ ਐਕਟਰਸ ਔਰ ਐਂਟੀਟੀਜ਼ ਐਂਡ ਰਾਈਟ ਐਂਡ ਡਿਊਟੀਜ਼ ਆਫ ਇੰਡੀਵਿਜੂਅਲਸ। ਤੋ ਇਸ ਤਰੀਕੇ ਨਾਲ ਸਟਾਰਕ ਜਿਹੜਾ ਉਹ ਆਪਣੀ ਡੈਫੀਨੇਸ਼ਨ ਨੂੰ ਜਿਹੜਾ ਮਾਡਰਨ ਕੰਸੈਪਟ ਦੇ ਵਿੱਚ ਦਿੰਦਾ, ਜਿਹਦੇ ਵਿੱਚ ਉਹ ਸਟੇਟਸ, ਇੰਡੀਵਿਜੂਅਲ, ਆਰਗੇਨਾਈਜੇਸ਼ਨ, ਨੌਨ ਸਟੇਟ ਐਕਟਰ ਜਾਂ ਐਂਟੀਟੀਜ਼ ਜਿਹੜਾ ਉਹਨਾਂ ਨੂੰ ਵੀ ਇਨਕਲੂਡ ਜਿਹੜਾ ਉਹ ਕਰਦਾ। ਤੋ ਇਸ ਤਰੀਕੇ ਨਾਲ ਸਟਾਰਕ ਜਿਹੜਾ ਅੰਤਰਰਾਸ਼ਟਰੀ ਲਾਅ ਦੀ ਜਿਹੜੀ ਡੈਫੀਨੇਸ਼ਨ ਆ ਉਸ ਨੂੰ ਬਰੋਡਰ ਜਿਹੜਾ ਉਹ ਕਰ ਦਿੰਦਾ, ਉਹਦਾ ਸਕੋਪ ਜਿਹੜਾ ਉਹਨੂੰ ਬਰੋਡਰ ਜਿਹੜਾ ਉਹ ਕਰ ਦਿੰਦਾ। ਤੋ ਇਸ ਤਰੀਕੇ ਦੇ ਨਾਲ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਜਿਹੜਾ ਉਹ ਇੰਟਰਨੈਸ਼ਨਲ ਪਬਲਿਕ ਲਾਅ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਦਿੱਤੀ ਜਾਂਦੀ ਹੈ। ਇਹ ਸਾਡਾ ਪਹਿਲਾ ਸਵਾਲ ਹੈ। ਤੁਸੀਂ ਕੋਈ ਕਿਤਾਬ ਜਿਹੜੀ ਹੈ ਲੈ ਕੇ ਉਹਦੇ ਤੋਂ ਇਹਨੂੰ ਡਿਟੇਲ ਜਿਹੜਾ ਪੜ੍ਹ ਸਕਦੇ ਹੋ। ਇਹਦੇ ਨਾਲ ਕੁਝ ਸ਼ਬਦ ਨੇ ਜਿਹੜੇ ਇੰਟਰਚੇਂਜੇਬਲ ਯੂਜ਼ ਜਿਹੜੇ ਕੀਤੇ ਜਾਂਦੇ ਆ, ਜਿਵੇਂ ਇੰਟਰਨੈਸ਼ਨਲ ਲਾ ਆਫ ਨੇਸ਼ਨ। ਇਹਨਾਂ ਦੋਵਾਂ ਸ਼ਬਦਾਂ ਦਾ ਸੇਮ ਮੀਨਿੰਗ ਆ। ਪੁਰਾਣੇ ਸਮੇਂ ਦੇ ਵਿੱਚ ਲਾ ਆਫ ਨੇਸ਼ਨ ਸ਼ਬਦ ਯੂਜ਼ ਕੀਤਾ ਜਾਂਦਾ ਸੀ, ਫਿਰ ਬਾਅਦ ਵਿੱਚ ਇੰਟਰਨੈਸ਼ਨਲ ਲਾ ਸ਼ਬਦ ਜਿਹੜਾ ਉਹ ਯੂਜ਼ ਜਿਹੜਾ ਕੀਤਾ ਜਾਂਦਾ ਹੈ। ਇਸੇ ਤਰੀਕੇ ਨਾਲ ਇੱਕ ਜਿਊਰਿਸਟ ਹੈ, ਉਸ ਨੇ ਕਿਹਾ ਸੀ ਇਸ ਨੂੰ ਇੰਟਰਨੈਸ਼ਨਲ ਲਾ ਕਹਿਣ ਦੀ ਬਜਾਏ ਟਰਾਂਸਨੈਸ਼ਨਲ ਲਾ ਜਿਹੜਾ ਉਹ ਕਿਹਾ ਜਾਵੇ। ਤੋ ਇਸ ਤਰੀਕੇ ਦੇ ਨਾਲ ਇੰਟਰਨੈਸ਼ਨਲ ਪਬਲਿਕ ਲਾ ਦੀ ਡੈਫੀਨੇਸ਼ਨ ਜਿਹੜੀ ਆ ਸਾਡੇ ਪਹਿਲੇ ਟੌਪਿਕ ਦਾ ਜਿਹੜਾ ਉਹ ਜਿਹੜਾ ਟੌਪਿਕ ਬਣਦੀ ਹੈ, ਸਾਡੇ ਸਿਲੇਬਸ ਦੇ ਟੌਪਿਕ ਦਾ ਪਹਿਲਾ ਟੌਪਿਕ ਜਿਹੜਾ ਬਣਦੀ ਹੈ। ਤਾਂ ਆਈ ਹੋਪ ਤੁਸੀਂ ਇਸ ਨੂੰ ਅੰਡਰਸਟੈਂਡ ਕਰੋਗੇ। ਕੋਈ ਵੀ ਕਿਤਾਬ ਪੰਜਾਬੀ 'ਚ, ਹਿੰਦੀ 'ਚ, ਅੰਗਰੇਜ਼ੀ 'ਚ ਤੁਸੀਂ ਲੈ ਕੇ ਇਸ ਨੂੰ ਡਿਟੇਲ ਜਿਹੜਾ ਉੱਥੋਂ ਦੇਖੋਗੇ। ਜੇ ਕੋਈ ਪ੍ਰੋਬਲਮ ਆਉਂਦੀ ਦੈਨ ਯੂ ਵਿਲ ਕਾਲ ਮੀ। ਸੋ ਥੈਂਕਸ। ਅੱਜ ਇੰਨਾ ਹੀ।